पंजाब के मुलाजमान ने सरकार के खिलाफ एक बार फिर तो मोर्चा खोलिया होया है। दस दिए कि अज पूरे पंजाब दे विच जिहड़े दफ्तर ने मुलाजमां वालों सारे बंद कर दिते गए ने ते धरने जिहड़े ने हर एक जिला लैवल ते चल रहे हैं। असीं पहुंचे हैं पंजाब सिविल सैकटरीएट जिथे मुलाजम ने जिहड़े काफ़ी गिणती दे विच रोस प्रदर्शन कर रहे हैं। सांझा मुलाजम मंच पंजाब अते यूटी के बैनर हेठ यह पंजाब सरकार के खिलाफ जिहड़ा संघर्ष है यह विढ़िया होया। सो गलबात कर लैंदे आं की मंगां ने ते गल कित्थे जाके खड़ी हैगी है। सत श्री अकाल जी, की नाम है जी? मेरा नाम मिथुन चावला, मैं पंजाब सिविल सैकटरीएट स्टाफ एसोसीएशन का फाइनांस सैकटरी जी। मिथुन जी, की हुण दुबारा जिहड़ा प्रोटेस्ट शुरू किए गए ने, पहला भी काफ़ी चल रहे थे पर उस तो बाद ये लग रहा सी कि सरकार ने तुहानूं खुश कर दिता, हुण दोबारा मोर्चा खोलना पै रहा, की वजह दी? देखो जी, सरकार नाल पहलां साडी जदों गलबात होई सी, पिछली वारी असीं हड़ताल कीती सी तो ਉਹਦੇ ਵਿੱਚ ਚੰਨੀ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਸਾਡੇ ਨੁਮਾਇੰਦੇ ਦੀ ਤੇ ਖੈਰਾ ਸਾਹਿਬ ਦੀ ਉੱਥੇ ਮਰਿੰਡਾ ਜਾ ਕੇ, ਤਾਂ ਉਹਦੇ ਵਿੱਚ ਉਹਨਾਂ ਨੇ ਕੁਝ ਮੰਗਾਂ ਸਾਡੀਆਂ ਪ੍ਰਵਾਨ ਕੀਤੀਆਂ ਸੀ ਜਿਸ ਕਰਕੇ ਅਸੀਂ ਉਹਨਾਂ ਤੇ ਵਿਸ਼ਵਾਸ ਕਰਕੇ ਆਪਣੀ ਸਟ੍ਰਾਈਕ ਖਤਮ ਕੀਤੀ ਸੀ। ਪਰ ਜਿਹੜੀਆਂ ਮੰਗਾਂ ਉਹਨਾਂ ਨੇ ਮੰਨੀਆਂ ਸੀਗੀਆਂ ਉਹ ਵੀ ਹਾਲੇ ਤੱਕ ਉਹਨਾਂ ਨੇ ਪੂਰਨ ਰੂਪ ਤੇ ਲਾਗੂ ਨਹੀਂ ਕੀਤੀਆਂ। ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਾਂ, ਜਿਵੇਂ ਸਾਡੀ ਉਦੋਂ ਦੀ ਮੰਗ ਸੀ ਕਿ ਜਿਹੜੇ 21-16 ਤੋਂ ਬਾਅਦ ਭਰਤੀ ਹੋਏ ਹੈ ਤੇ 21-16 ਤੋਂ ਬਾਅਦ ਪ੍ਰਮੋਟ ਹੋਏ ਹੈ ਉਹਨਾਂ ਨੂੰ ਜੋ ਪੇ ਕਮਿਸ਼ਨ ਦਾ ਬੈਨੀਫਿਟ ਹੈ 15% ਦੇ ਹਿਸਾਬ ਨਾਲ ਦਿੱਤਾ ਜਾਵੇ। ਉੱਥੇ ਉਹਨਾਂ ਨੇ ਯੈਸ ਕੀਤੀ ਸੀ ਤੇ ਉਹਦੀ ਉਹਨਾਂ ਨੇ ਇੱਕ ਚਿੱਠੀ ਵੀ ਕੱਢੀ ਹੈ। ਚਿੱਠੀ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ, ਇਹ 3/11/2021 ਦੀ ਚਿੱਠੀ ਉਹਨਾਂ ਨੇ ਕੱਢੀ ਹੈਗੀ ਹੈ। ਠੀਕ ਹੈ ਜੀ, ਇਹਦੇ ਪੈਰਾ ਨੰਬਰ 2 ਦੇ ਵਿੱਚ ਇਹਨਾਂ ਨੇ ਪਾਇਆ ਵੀ ਹੈ ਕਿ ਜਿਹੜੇ 21-16 ਤੋਂ ਬਾਅਦ ਪ੍ਰਮੋਟ ਹੋਏ ਹੈ ਉਹਨਾਂ ਨੂੰ ਪੇ ਕਮਿਸ਼ਨ ਦਾ ਬੈਨੀਫਿਟ ਜਿਹੜਾ ਹੈ ਦਿੱਤਾ ਜਾਣਾ ਹੈ। ਪਰ ਹੁਣ ਸਰਕਾਰ ਜਾਣਬੁੱਝ ਕੇ ਇਸ ਪੈਰੇ ਨੂੰ ਦਾ ਮਤਲਬ ਕੁਝ ਹੋਰ ਕੱਢ ਰਹੀ ਹੈ ਤੇ ਇਹਨੂੰ ਕਲੈਰੀਫਿਕੇਸ਼ਨਾਂ ਦੇ ਵਿੱਚ ਪਾ ਕੇ ਇਸ ਨੂੰ ਲਮਕਾਇਆ ਜਾ ਰਿਹਾ, ਜਿਸ ਕਰਕੇ ਕਿ ਸਾਨੂੰ ਜਿਹੜੇ ਹੁਣ ਕਾਫੀ ਹਜ਼ਾਰਾਂ ਦੀ ਸੰਖਿਆ ਦੇ ਮੁਲਾਜ਼ਮ ਨੇ ਜਿਨ੍ਹਾਂ ਦੀ ਇਸ ਦੋ ਪੈਰੇ ਦੀ ਕਲੈਰੀਫਿਕੇਸ਼ਨ ਕਰਕੇ ਤਨਖਾਹਾਂ ਨਹੀਂ ਨਵੀਆਂ ਫਿਕਸ ਹੋ ਰਹੀਆਂ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ। ਇਸ ਤੋਂ ਇਲਾਵਾ ਦੂਜੀ ਗੱਲ ਕਰਾਂ, ਜਿਵੇਂ ਡੀਏ ਦੀ ਚਿੱਠੀ ਉਹਨਾਂ ਨੇ ਕਹੀ ਸੀ ਕਿ 1/7/21 ਤੋਂ ਅਸੀਂ ਲਾਗੂ ਕਰਾਂਗੇ ਕਿਉਂਕਿ ਕੇਂਦਰ ਸਰਕਾਰ ਦੀ ਤਰਜ਼ ਤੇ ਸਾਨੂੰ ਡੀਏ ਮਿਲਦਾ। 3% ਦੀ ਡੀਏ ਦੀ ਚਿੱਠੀ ਉਹਨਾਂ ਨੇ ਕੱਢੀ, ਲੇਕਿਨ ਉਹ ਤੁਸੀਂ ਦੇਖੋਗੇ ਉਹ ਉਹਨਾਂ ਨੇ 1/7 ਦੀ ਥਾਂ ਤੇ 1/11 ਨੂੰ ਲਾਗੂ ਕੀਤੀ, ਜਦੋਂ ਕਿ ਕੇਂਦਰ ਸਰਕਾਰ ਦੀ ਇਹ ਚਿੱਠੀ ਜਿਹੜੀ ਹੈ 1/7 ਤੋਂ ਲਾਗੂ ਹੋਈ ਹੈ। ਮਤਲਬ ਜਿਹੜੀਆਂ ਮੰਗਾਂ ਉਹਨਾਂ ਨੇ ਮੰਨ ਲੀਆਂ ਉਹਨਾਂ ਦੇ ਵਿੱਚੋਂ ਹੀ ਕੁਝ ਨਾ ਕੁਝ ਜਿਹੜੀ ਹੈ ਅੜਿੱਕੇ ਪਾਏ ਜਾ ਰਹੇ ਨੇ, ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਕਾਫੀ ਰੋਸ ਹੈ ਤੇ ਸਰਕਾਰ ਦੇ ਉੱਪਰ ਜਿਹੜਾ ਵਿਸ਼ਵਾਸ ਹੈ ਹੌਲੀ ਹੌਲੀ ਜਿਹੜੇ ਉੱਠਦਾ ਜਾ ਰਿਹਾ ਹੈਗਾ। ਮੈਮ, ਤੁਸੀਂ ਕੀ ਕਹਿਣਾ ਚਾਹੋਗੇ ਜੋ ਵੀ ਚੱਲ ਰਿਹਾ ਹੈਗਾ? ਹੁਣ ਤਾਂ ਸਮਾਂ ਬਹੁਤ ਥੋੜਾ ਰਹਿ ਚੁੱਕਿਆ, ਚੋਣ ਜ਼ਾਬਤਾ ਲੱਗਣ ਵਾਲਾ ਹੈਗਾ। ਸੋ ਜੇ ਇਸ ਤਰੀਕੇ ਦੇ ਨਾਲ ਹੁਣ ਵੀ ਅਗਰ ਤੁਹਾਡੇ ਹੱਲ ਨਹੀਂ ਹੋ ਰਹੇ, ਦਿਨ ਬਹੁਤ ਥੋੜੇ ਨੇ ਤੇ ਚੋਣ ਜ਼ਾਬਤਾ ਲੱਗ ਗਿਆ, ਉਸ ਤੋਂ ਬਾਅਦ ਫਿਰ ਸੰਘਰਸ਼ ਵੀ ਕਰੋਗੇ ਤਾਂ ਉਹਦਾ ਬਹੁਤਾ ਫਾਇਦਾ ਨਹੀਂ ਹੋਣਾ ਤੁਹਾਨੂੰ। हाँ जी, जिस तरह कि साडे प्रधान सुखचैन सिंह खैरा जी ने सवेरे दस्सिया कि ये जिहड़ा संघर्ष है सरकार ये ना समझे कि ये भी कोर्ट तक ही है, इस संघर्ष नूं लंबा लैके जाऊगा। मतलब असीं इस संघर्ष नूं पूरे पंजाब विच लैके जावांगे, इलैक्शनां तक लैके जावांगे, क्योंकि सरकार ने हुण अपने नतीजे पूरी तरह चंडीगढ़ दीआं म्यूनसिपल कारपोरेशन दीआं चोणां दे विच देख लए हैगे आ। किस तरह कांग्रेस पार्टी जिहड़ी सब तो पुरानी पार्टी हैगी आ, जिहड़ी कि कदे चंडीगढ़ पंजाब दे विच हरमन प्यारी पार्टी ਮੰਨੀ ਜਾਂਦੀ ਸੀ, ਅੱਜ ਉਸ ਪਾਰਟੀ ਦੀ ਦਸ਼ਾ ਕੀ ਹੋਈ ਹੈ। ਇਸ ਕਰਕੇ ਉੱਥੇ ਅਸੀਂ ਵੀ ਵੋਟਾਂ ਪਾਉਣ ਗਏ ਸੀ ਤੇ ਉੱਥੇ ਅਸੀਂ ਲੋਕਾਂ ਨੂੰ ਖੁਦ ਕਹਿੰਦੇ ਇਹ ਸੁਣਿਆ ਸੀ ਕਿ ਹੁਣ ਜਿਹੜੀ ਆਮ ਜਨਤਾ ਸੀ ਉਹ ਵੀ ਕਹਿ ਰਹੀ ਸੀ ਕਿ ਹੁਣ ਭਾਈ ਚੇਂਜ ਲਿਆਓ, ਇੱਕ ਮੌਕਾ ਕਿਸੇ ਹੋਰ ਨੂੰ ਦਿਓ, ਇਹਨਾਂ ਸਰਕਾਰਾਂ ਨੂੰ ਅਸੀਂ ਬਹੁਤ ਦੇਖ ਲਿਆ। ਸੋ ਇਸ ਕਰਕੇ ਹੁਣ ਜਿਹੜਾ ਮੁਲਾਜ਼ਮ ਵਰਗ ਹੈ ਇਹ ਵੀ ਪੂਰੀ ਤਰ੍ਹਾਂ ਤਿਆਰ ਹੈ। ਸਾਡੇ ਪ੍ਰਧਾਨ ਸਾਹਿਬ ਨੇ ਸਵੇਰੇ ਅਨਾਉਂਸ ਕੀਤਾ ਕਿ ਅਸੀਂ 11 ਬੰਦੇ ਇਕੱਲੇ ਬਹੁਤ ਆ, ਤਾਂ 11 ਦੇ ਨਾਲ ਜੇ ਤੁਸੀਂ ਪੂਰਾ ਸਕੱਤਰਤ ਜਿਹੜਾ ਸਾਡਾ 7.5 ਲੱਖ ਮੁਲਾਜ਼ਮ ਹੈ ਉਹ ਜੁੜ ਗਿਆ ਤੇ ਜਿੱਥੇ ਇੱਕ ਮੁਲਾਜ਼ਮ ਦੇ ਨਾਲ 2-2 400 ਬੰਦਾ ਜੁੜਿਆ ਹੋਇਆ ਹੈ, ਉਹਨਾਂ ਦੇ ਪਰਿਵਾਰ ਹੈ, ਉਹਨਾਂ ਦੇ ਭੈਣਾਂ ਭਰਾ ਰਿਸ਼ਤੇਦਾਰ ਹੈ, ਆਂਢ ਗੁਆਂਢ ਹੈ, ਤੇ ਫਿਰ ਇਹਨਾਂ ਸਰਕਾਰਾਂ ਦਾ ਕੀ ਬਣੇਗਾ? ਇਹਨਾਂ ਸਰਕਾਰਾਂ ਦਾ ਫਿਰ ਕੱਖ ਨਹੀਂ ਬਣਨ ਵਾਲਾ, ਇਹਨਾਂ ਦਾ ਫਿਰ ਬੇੜਾ ਜਿਹੜਾ ਡੁੱਬਣਾ ਹੀ ਡੁੱਬਣਾ ਆ। ਤੇ ਇਸ ਲਈ ਇਹ ਆਪਣਾ ਜਿਹੜਾ ਇਸ ਤਰ੍ਹਾਂ ਦੇ ਵਾਅਦੇ ਕਰਕੇ, ਜਿਵੇਂ ਕਿ ਸਾਡੀ ਜਿਹੜੀ ਆ ਡੀਏ ਦੀ ਮੰਗ ਹੈ ਮੰਨ ਕੇ 1 ਜੁਲਾਈ ਤੋਂ ਇਹਨਾਂ ਨੇ ਅੱਜ ਤੱਕ, ਉਸ ਤੋਂ ਬਾਅਦ ਜਿਵੇਂ ਕਿ ਮਿਥੁਨ ਚਾਵਲਾ ਜੀ ਨੇ ਦੱਸਿਆ ਕਿ ਸੀਐਮ ਸਾਹਿਬ ਦੇ ਨਾਲ ਉੱਥੇ ਸਾਡੀਆਂ ਮੰਗਾਂ ਮੰਨ ਲਈਆਂ ਗਈਆਂ ਸੀ, ਬਟ ਫਿਰ ਵੀ ਉਸ ਤੋਂ ਬਾਅਦ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਦਸੰਬਰ, ਕਿੰਨੇ 6 ਮਹੀਨੇ ਹੋ ਚੱਲੇ, ਹਜੇ ਤੱਕ ਉਹ ਚਿੱਠੀ ਦੇ ਵਿੱਚ ਜਿਹੜਾ
ਇਹਨਾਂ ਨੇ ਲੁਕਣ ਮਿਚੀ ਖੇਡੀ ਹੋਈ ਆ, ਹਜੇ ਤੱਕ ਉਹ ਡੇਟ ਠੀਕ ਨਹੀਂ ਹੋ ਰਹੀ। ਅਸੀਂ ਰੋਜ਼ ਜਾ ਕੇ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਨੂੰ ਮਿਲਦੇ ਆ, ਚੰਨੀ ਸਾਹਿਬ ਨੂੰ ਬੇਨਤੀ ਕਰਦੇ ਆ, ਪਰ ਕੋਈ ਵੀ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਗੱਲ ਨਹੀਂ ਪੈ ਰਹੀ। ਉਹ ਕਹਿੰਦੇ ਵੀ ਇਹ ਮੁਲਾਜ਼ਮ ਜਿਹੜੇ ਆ ਨਾ ਬੇਵਕੂਫ ਹੈ, ਇਹ ਘੁੰਮੀ ਜਾਂਦੇ ਆ, ਜਿਸ ਤਰ੍ਹਾਂ ਇਹਨਾਂ ਨੂੰ ਮਤਲਬ ਮਨਾ ਹੁੰਦਾ ਮਨਾ ਲਓ, ਪਰ ਹੁਣ ਇਹ ਮੁਲਾਜ਼ਮ ਮੰਨਣ ਵਾਲੇ ਨਹੀਂ ਹੈ। ਇਹ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ, ਮੋਰਚਾ ਇਹਨਾਂ ਨੇ ਖੋਲ ਦਿੱਤਾ ਹੈਗਾ ਆ ਤੇ ਇਹ ਆਪਣੀ ਜੰਗ ਇਹਨਾਂ ਨੇ ਜਾਰੀ ਕਰ ਲਈ ਹੈ। ਜੰਗ ਇਹ ਜਾਰੀ ਰਹੂਗੀ ਔਰ ਆਪਾਂ ਇਹ ਜੰਗ ਜਿੱਤ ਕੇ ਰਵਾਂਗੇ। ਤੁਸੀਂ ਦੱਸੋ ਮੈਮ ਕੀ ਨਾਮ ਹੈ ਜੀ? ਜਸਵੀਰ ਕੌਰ। ਮੈਮ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਇਹਨਾਂ ਨੂੰ ਮਤਲਬ ਐਲਾਨ ਕਰਨ ਤੋਂ ਇਲਾਵਾ ਇਹਨਾਂ ਨੂੰ ਕੁਝ ਨਹੀਂ ਆਉਂਦਾ ਹੁੰਦੇ ਨੇ, ਪਰ ਉਹਨਾਂ ਨੂੰ ਜਿਹੜੀ ਅਸਲੀਅਤ ਹੈ ਇਹਨਾਂ ਲੋਕਾਂ ਦੀ ਕੁਝ ਨਹੀਂ, ਸਿਰਫ ਇਹਨਾਂ ਦਾ ਨਾਂ ਹੀ ਚੇਂਜ ਹੋਇਆ। ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਕੋਈ ਕੰਪਨੀ ਹੈਗੀ ਆ, ਕੰਪਨੀ ਦਾ ਨਾਮ ਚੇਂਜ ਹੋ ਗਿਆ, ਬਟ ਜਿਹੜਾ ਅੰਦਰ ਮਟੀਰੀਅਲ ਆ ਉਹ ਤਾਂ ਉਹੀ ਹੈਗਾ। ਇਹਨਾਂ ਨੇ ਬਿਲਕੁਲ ਨਹੀਂ, ਨਾ ਇਹਨਾਂ ਨੇ ਸੁਧਰਨਾ, ਨਾ ਇਹ ਸੁਧਰੇ ਹੈਗੇ ਆ। ਮੈਨੂੰ ਤਾਂ ਲੱਗਦਾ ਹੀ ਨਹੀਂ ਹੈਗਾ। ਹੁਣ ਦੇਖੋ ਤੁਸੀਂ ਖਰੜ ਦੇ ਵਿੱਚ ਸਾਡੇ ਸੀਐਮ ਸਾਹਿਬ ਕਾਹਦੇ ਬਣੇ, ਲੋਕਾਂ ਵਾਸਤੇ ਮੁਸੀਬਤ ਛੇੜਤੀ। ਲੋਕ ਰੋਜ਼ ਖਰੜ ਬੰਦ ਹੁੰਦਾ, ਆਸ਼ਾ ਵਰਕਰਾਂ ਨੂੰ ਕੁੱਟਿਆ ਜਾਂਦਾ, ਲੁੱਟਿਆ ਜਾਂਦਾ, ਉੱਥੇ ਉਹਦੀ ਇੰਨੀ ਹਾਲਤ ਖਰਾਬ ਹੈ। ਟੀਚਰ ਬੈਠੇ ਕਿਤੇ, ਨਰਸਾਂ ਬੈਠੀਆਂ। ਮੈਂ ਤਾਂ ਕਹਿੰਦੀ ਅੱਜ ਪੂਰਾ ਪੰਜਾਬ ਹੈ, ਜੇ ਚੰਨੀ ਸਾਹਿਬ ਨੇ ਹੱਲ ਕੀਤੇ ਹੁੰਦੇ ਤਾਂ ਪੰਜਾਬ ਅੱਜ ਇਹਨਾਂ ਦੇ ਗੁਣ ਗਾਉਂਦਾ, ਨਾ ਕਿ ਧਰਨੇ ਤੇ ਬਹਿੰਦਾ। ਤੁਸੀਂ ਵੀ ਦੇਖੋ ਪੂਰਾ ਪੰਜਾਬ ਹੀ ਮੈਂ ਕਹਿੰਦੀ ਧਰਨੇ ਤੇ ਬੈਠਾ। ਕਿਸੇ ਪਾਸੇ ਵੀ ਦੇਖ ਲਓ, ਕੋਈ ਮਜ਼ਦੂਰ ਵਰਗ ਹੈ, ਕੋਈ ਕਰਮਚਾਰੀ ਹੈ, ਕੁਝ ਵੀ ਨਹੀਂ ਬਦਲਿਆ ਹੈਗਾ, ਸਿਰਫ ਨਾਮ ਚੇਂਜ ਹੋਇਆ। ਤੇ ਹੁਣ ਆਪਣੇ ਰਾਜਾ ਜੀ ਨੇ ਤਾਂ ਫੁੱਲ ਫੜ ਲਿਆ ਹੈਗਾ। ਇਹੋ ਜਿਹੇ ਲੋਕਾਂ ਦੀ ਕਿਆ ਮਤਲਬ ਕਿ ਇਹਨਾਂ ਨੂੰ ਬਸ਼ਰਮੀ ਹੈ ਇਹਨਾਂ ਦੀ। ਤੁਸੀਂ ਇੰਨੇ ਸਾਲ ਕਿਸੇ ਪਾਰਟੀ ਦਾ ਖਾ ਕੇ ਵੀ ਜਿਹੜੇ ਬੰਦੇ ਆਪਣੀ ਪਾਰਟੀ ਦੇ ਨਹੀਂ ਬਣ ਸਕਦੇ, ਅਸੀਂ ਉਹਨਾਂ ਦੇ ਕੀ ਉਮੀਦਾਂ ਲਾ ਸਕਦੇ ਆ? ਇਹ ਤਾਂ ਦੇਖੋ ਚੰਨੀ ਸਾਹਿਬ ਕਰ ਰਹੇ ਨੇ ਵਾਅਦੇ, ਇੱਥੇ ਮੀਟਿੰਗਾਂ ਦੇ ਵਿੱਚ ਕਹਿ ਰਹੇ ਮੈਂ ਤੁਹਾਡਾ ਡੀਏ ਦੇ ਦੇਣਾ, ਆਹ ਦੇ ਦੇਣਾ, ਪੇ ਕਮਿਸ਼ਨ ਦੇ ਦੇਣਾ। ਤੇ ਇਹਨਾਂ ਨੂੰ ਮੈਨੂੰ ਇਹ ਗੱਲ ਨਹੀਂ ਸਮਝਦੀ, ਨਾ ਤਾਂ ਇਹਨਾਂ ਦੀ ਅਫਸਰਸ਼ਾਹੀ ਇਹਨਾਂ ਦੇ ਕੰਟਰੋਲ 'ਚ ਹੈ, ਨਾ ਇਹਨਾਂ ਦੇ ਮੰਤਰੀ ਕੰਟਰੋਲ 'ਚ ਨੇ। ਕਿਉਂਕਿ ਜੇ ਸੀਐਮ ਦੇ ਵਿੱਚ ਇੰਨਾ ਗਟਸ ਹੁੰਦਾ ਤਾਂ ਹੁਣ ਤੱਕ ਸਾਡੀ 1/7 ਤੋਂ ਚਿੱਠੀ ਕਰਾਉਂਦੇ। ਉਹਨਾਂ ਨੂੰ ਕਿਹਾ ਹੁਣ ਤੱਕ ਇਹਨਾਂ ਦਾ ਇੱਕ ਮੈਸੇਜ ਨਹੀਂ ਕਨਵੇ ਹੋਇਆ ਮੁਲਾਜ਼ਮਾਂ ਦਾ ਵੀ ਮੈਂ ਜਿਹੜਾ ਡੀਏ ਹੈਗਾ 1/11 ਤਾਂ 21 ਤੋਂ ਅਨਾਉਂਸ ਕੀਤਾ ਤਾਂ ਕਿ 1/7/21 ਤੋਂ ਕੀਤਾ ਸੀਗਾ। ਮਤਲਬ ਬਿਲਕੁਲ ਕੰਟਰੋਲ ਨਹੀਂ ਹੈਗਾ, ਕੁਝ ਵੀ ਨਹੀਂ ਬਦਲਿਆ, ਨਾ ਅਸੀਂ ਬਦਲਣ ਦੀ ਉਮੀਦ ਵੀ ਨਹੀਂ ਕਰਦੇ। ਹੁਣ ਤਾਂ 5-4 ਦਿਨ ਦੀ ਪ੍ਰਾਹੁਣੀ ਹੈਗੀ ਸਰਕਾਰ, ਪਰ ਇਹਨਾਂ ਨੂੰ ਅਸੀਂ ਸਬਕ ਜ਼ਰੂਰ ਸਿਖਾਵਾਂਗੇ। ਸੋ ਗੱਲਬਾਤ ਕਰਾਂਗੇ। ਸੁਖਚੈਨ ਸਿੰਘ ਖਹਿਰਾ ਵੀ ਆ ਚੁੱਕੇ ਨੇ, ਪ੍ਰਧਾਨ ਜੀ ਨੇ ਗੱਲਬਾਤ ਕਰਦੇ ਆ। ਖਹਿਰਾ ਸਾਹਿਬ, ਦੁਬਾਰੇ ਸੰਘਰਸ਼ ਵਿੱਢਿਆ ਗਿਆ, ਇਹਦੀ ਇੱਕ ਵਾਰ ਰੂਪਰੇਖਾ ਵੀ ਦੱਸ ਦਿਓ ਕਿ ਅੱਜ ਤੁਸੀਂ ਪੂਰੇ ਦਫ਼ਤਰ ਬੰਦ ਕੀਤੇ, ਪੂਰਾ ਪੰਜਾਬ ਬੰਦ ਹੈ, ਰੈਲੀਆਂ ਵੀ ਕਰੋਗੇ, ਕੋਈ ਉਹ ਕਦੋਂ ਕਰਨ ਜਾ ਰਹੇ ਹੋ ਤੇ ਕਿਸ ਤਰੀਕੇ ਦਾ ਪ੍ਰੈਸ਼ਰ ਬਣਾਇਆ ਜਾਊਗਾ? ਦੇਖੋ, ਸਭ ਤੋਂ ਪਹਿਲੇ ਮੈਂ ਕਲੀਅਰ ਕਰਦਾ ਕਿ ਇਹ ਜਿਹੜਾ ਸੰਘਰਸ਼ ਹੁਣ ਸ਼ੁਰੂ ਹੋਇਆ ਵਾਅਦਾ ਖਿਲਾਫ ਆ, ਜਾਂ ਕਹ ਲਓ ਐਲਾਨਜੀਤ ਸਰਕਾਰ ਜਿਹੜੀ ਬਣੀ ਹੋਈ ਆ ਉਹਦੇ ਖਿਲਾਫ ਹੈਗਾ। ਐਲਾਨ ਕੀਤੇ ਜਾ ਰਹੇ, ਇੰਪਲੀਮੈਂਟੇਸ਼ਨ ਹੋ ਨਹੀਂ ਰਹੀ। ਹਰ ਵਰਗ ਦਾ ਜਿਹੜਾ ਸ਼ੋਸ਼ਣ ਇਹਨਾਂ ਵੱਲੋਂ ਕੀਤਾ ਜਾ ਰਿਹਾ। ਪ੍ਰੋਜੈਕਸ਼ਨ ਇਹ ਕੀਤੀ ਜਾ ਰਹੀ ਹੈ ਕਿ ਸਾਰੇ ਦੇ ਸਾਰੇ ਜੋ ਐਲਾਨ ਕੀਤੇ ਗਏ ਆ ਉਹਨਾਂ ਨੂੰ ਜਿਹੜਾ ਇੰਪਲੀਮੈਂਟ ਕਰ ਦਿੱਤਾ ਗਿਆ, ਲੇਕਿਨ ਹੋਇਆ ਕੁਝ ਵੀ ਨਹੀਂ ਗੇ। ਸੋ ਇੱਕ ਵੱਡੀ ਰੂਪਰੇਖਾ ਲੈ ਕੇ, ਵੱਡੀ ਲੜਾਈ ਲੈ ਕੇ ਅਸੀਂ ਤੁਰੇ ਆ। ਸੋ ਅੱਜ ਤੇ ਕੱਲ ਨੂੰ ਜਿਹੜਾ ਹੈਗਾ ਉਹ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਜਿਹੜੇ ਦਫ਼ਤਰ ਜਾਂ ਥੋੜਾ ਬਹੁਤਾ ਕੰਮ ਅੱਜ ਹੋਇਆ ਹੋਏਗਾ ਉਹ ਕੱਲ ਤੱਕ ਬੰਦ ਕਰ ਦਿੱਤਾ ਜਾਏਗਾ। ਔਰ ਜੇਕਰ ਸਰਕਾਰ ਟਸ ਤੋਂ ਮਸ ਨਾ ਹੋਈ, ਸਾਡੀਆਂ ਮੰਗਾਂ ਜਿਹੜੀਆਂ ਹੂ ਬਹੂ ਨਾ ਮੰਨੀਆਂ, ਜੋ ਅਸੀਂ ਮੰਗ ਪੱਤਰ ਉਹਨਾਂ ਨੂੰ ਭੇਜਿਆ ਸੀਐਮ ਸਾਹਿਬ ਨੂੰ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੜਤਾਲ ਕੋਡ ਆਫ ਕੰਡਕਟ ਤੱਕ ਵੀ ਜਾ ਸਕਦੀ, ਜੋ ਪਹਿਲੇ ਪੱਧਰ ਦੀ ਲੜਾਈ ਹੈ। ਸੋ ਐਸੋਸੀਏਸ਼ਨਾਂ ਵੱਲੋਂ, ਸਾਂਝੇ ਮੁਲਾਜ਼ਮ ਮੰਚ ਵੱਲੋਂ ਦੂਜੇ ਪੱਧਰ ਦੀ ਲੜਾਈ ਦਾ ਜਿਹੜਾ ਵੀ ਐਲਾਨ ਜਲਦੀ ਕਰ ਦਿੱਤਾ ਜਾਏਗਾ, ਜਿਹਦੇ ਤਹਿਤ ਜਿਹੜਾ ਪ੍ਰਚਾਰ ਕਰ ਰਹੇ ਨੇ ਹੋਰਡਿੰਗਾਂ ਲਾ ਕੇ ਟੀਵੀ ਜਰੀਏ, ਅਖਬਾਰਾਂ ਜਰੀਏ, ਮੀਡੀਆ ਜਰੀਏ ਵੀ ਅਸੀਂ ਇਹ ਕਰਦਾ, ਅਸੀਂ ਉਹਦਾ ਭਾਂਡਾ ਫੋੜਾਂਗੇ। ਅਸੀਂ ਵੀ ਆਪਣਾ ਪ੍ਰਚਾਰ ਕਰਾਂਗੇ ਇਹਦੇ ਅਗੇਂਸਟ ਵੀ ਇਹ ਸਰਕਾਰ ਮੁਲਾਜ਼ਮ ਵਿਰੋਧੀ ਨਹੀਂ, ਸਮਾਜ ਵਿਰੋਧੀ ਹੈ। ਕਿਉਂਕਿ ਜਿਹੜੀ ਲੜਾਈ ਮੁਲਾਜ਼ਮ ਲੜ ਰਹੇ ਨੇ ਉਹਦੇ ਵਿੱਚ 70% ਲੜਾਈ ਸਮਾਜ ਦੀ ਲੜਾਈ ਆ। ਕਿਉਂਕਿ ਪੁਰਾਣੀ ਪੈਨਸ਼ਨ ਦੀ ਲੜਾਈ ਜਿਹੜੀ ਹੈਗੀ ਉਹ ਸਮਾਜਿਕ ਲੜਾਈ ਆ। ਜੇ ਕੱਚੇ ਮੁਲਾਜ਼ਮਾਂ ਤੋਂ ਪੱਕੇ ਕਰਨ ਦੀ ਜਾਂ ਆਊਟਸੋਰਸ ਦੀ ਲੜਾਈ ਆ, ਉਹ ਸਮਾਜ ਦੀ ਲੜਾਈ ਹੈ। ਕਿਉਂਕਿ ਜਿਹੜੇ ਅੱਗੇ ਭਰਤੀ ਹੋਣੀ ਉਹ ਸਮਾਜ ਦੀ ਹੋਣੀ ਆ। ਜੇ ਜਿਹੜੀ ਕੀ ਕਹਿੰਦੇ ਆ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਰੀਸਟਰਕਚਰਿੰਗ ਦੇ ਨਾਂ ਤੇ, ਉਹ ਵੀ ਸਮਾਜ ਦੀ ਲੜਾਈ। ਜੇ ਪੋਸਟਾਂ ਖਤਮ ਹੋ ਗਿਆ ਤਾਂ ਇੰਪਲੋਇਮੈਂਟ ਕਿੱਥੋਂ ਮਿਲੇਗਾ? ਸੋ ਇਹ ਚੀਜ਼ਾਂ ਦਾ ਪ੍ਰਚਾਰ ਕੀਤਾ ਜਾਏਗਾ ਕਿ ਅਸੀਂ ਸਮਾਜ ਦੀ ਲੜਾਈ ਲੜੇ, ਆਓ ਇਕੱਠੇ ਹੋ ਕੇ ਲੜੀਏ। ਇਹ ਐਲਾਨਜੀਤ ਸਰਕਾਰ ਜੋ ਐਲਾਨ ਕਰ ਰਹੀ ਹੈ ਇਹਦਾ ਭਾਂਡਾ ਫੋੜਾਂਗੇ ਕਿ ਇਹ ਜਿਹੜੀ ਪੌਣੇ 5 ਸਾਲ ਸੁੱਤੇ ਰਹੇ ਤੇ ਪੌਣੇ 5 ਸਾਲ ਬਾਅਦ ਇਹਨਾਂ ਨੇ ਚਿਹਰਾ ਬਦਲ ਕੇ ਸਾਨੂੰ ਹੋਰ ਤਰੀਕੇ ਨਾਲ ਜਿਹੜਾ ਇਹਨਾਂ ਨੇ ਆਪਣਾ ਕੰਮਕਾਰ ਰੰਭ ਲਿਆ, ਸਾਨੂੰ ਬੇਵਕੂਫ ਬਣਾਉਣਾ ਸ਼ੁਰੂ ਕੀਤਾ। ਸੋ ਉਹ ਹੋਏਗੀ ਦੂਜੇ ਪੱਧਰ ਦੀ ਲੜਾਈ। ਤੀਜੇ ਪੱਧਰ ਦੀ ਲੜਾਈ ਦੇ ਵਿੱਚ ਅਸੀਂ ਜਿਹੜੇ ਕਿਸੇ ਨਾ ਕਿਸੇ ਨੂੰ ਵੋਟ ਪਾਉਣੀ ਆ, ਉਹ ਕਿਹਨੂੰ ਪਾਉਣੀ ਆ ਇਹਦੇ ਬਾਰੇ ਫੈਸਲਾ ਲਿਆ ਜਾਏਗਾ। ਜੇ ਨਹੀਂ ਕਿਸੇ ਨੂੰ ਪਾਉਣੀ ਤਾਂ ਅਸੀਂ ਜਿਹੜੀਆਂ ਨੋਟਾਂ ਵੱਲ ਨੂੰ ਜਾਵਾਂਗੇ। ਇਹਦਾ ਪ੍ਰਚਾਰ ਭਰਪੂਰ ਹੋ ਰਿਹਾ।
40-50 ਲੱਖ ਜਿਹੜੀ ਆ ਉਹ ਨੋਟਾਂ ਨੂੰ ਵੋਟ ਜੇ ਪੈ ਗਈ ਤੇ ਮੈਨੂੰ ਲੱਗਦਾ ਪੰਜਾਬ ਦੀ ਨੰਬਰ 1 ਪਾਰਟੀ ਨੋਟਾ ਹੋਏਗੀ। ਔਰ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਇਹਦੇ ਵਿੱਚੋਂ ਜਿਹੜੀ ਵੀ ਨਵੇਂ ਲੀਡਰ ਉਪਜਣਗੇ ਉਹ ਸਮਾਜ ਬਦਲਣਗੇ, ਉਹ ਪੰਜਾਬ ਬਦਲਣਗੇ, ਉਹ ਸਿਸਟਮ ਬਦਲਣਗੇ। ਖਹਿਰਾ ਸਾਹਿਬ, ਵੋਟ ਦੀ ਤੁਸੀਂ ਗੱਲ ਕੀਤੀ, ਥੋੜਾ ਤੁਹਾਡੇ ਵਿਸ਼ੇ ਤੋਂ ਹਟ ਕੇ ਕਰਦੇ ਆ। ਤੁਸੀਂ ਕਿਹਾ ਨੋਟਾਂ ਵੱਲ ਨੂੰ ਜਾ ਸਕਦੇ ਹੋ ਅਗਰ ਕਿਸੇ ਤਰੀਕੇ ਨਾਲ ਸੈਟੀਸਫੈਕਸ਼ਨ ਨਾ ਮਿਲੀ। ਕਿਸਾਨਾਂ ਨੇ ਵੀ ਜਿਹੜਾ ਆਪਣਾ ਨਵਾਂ ਮੋਰਚਾ, ਸਿਆਸੀ ਮੋਰਚਾ ਬਣਾਇਆ, ਸੋ ਉਹਦੇ ਪ੍ਰਤੀ ਮੁਲਾਜ਼ਮਾਂ ਦੀ ਕੀ ਰਾਏ ਹੈ? ਬਿਲਕੁਲ ਜੀ, ਬਹੁਤ ਵਧੀਆ ਉਹਨਾਂ ਨੇ ਕਦਮ, ਸਲਾਹਨਯੋਗ ਕਦਮ ਆ। ਕਿਵੇਂ ਉਹ ਲੜਾਈ ਜਿੱਤ ਕੇ 1 ਸਾਲ ਦੀ ਉਹਨਾਂ ਨੇ ਜਿਹੜਾ ਇੰਨਾ ਲੰਬਾ ਸੰਘਰਸ਼ ਕੀਤਾ, ਸਰਦੀ ਗਰਮੀ ਕਿੰਨੇ ਜ਼ਿਆਦਾ ਉਹਨਾਂ ਨੇ ਡਾਂਗਾ ਖਾਧੀਆਂ ਹੈ ਨਾ। ਉਸ ਤੋਂ ਬਾਅਦ ਸਰਕਾਰ ਨੇ ਕਿੰਨਾ ਕੰਮ ਕੀਤਾ, ਕਿਤੇ ਕਿਤੇ ਜਾ ਕੇ ਉਹਨਾਂ ਨੇ ਆਪਣੇ ਗੁੰਡਿਆਂ ਕੋ ਕਟਵਾਏ। ਫਿਰ ਵੀ ਉਹ ਲੜਾਈ ਚਾਹੇ ਪੂਰੀ ਤਰ੍ਹਾਂ ਨਹੀਂ ਪਰ ਜਿੱਤ ਕੇ ਆਏ ਆ। ਕੁਝ ਮੰਗਾਂ ਉਹਨਾਂ ਦੀ ਵੀ ਪੈਂਡਿੰਗ ਆ। ਉਹੀ ਹਾਲ ਸਾਡਾ, ਅਸੀਂ ਅਜੇ ਵੇਟ ਕਰ ਰਹੇ। ਜਿਵੇਂ ਉਹਨਾਂ ਨੇ 3 ਬਿੱਲ ਵਾਪਸ ਕਰਾਏ ਆ ਵੀ ਸਾਡੀਆਂ ਜਿਹੜੀਆਂ ਮੇਨ ਮੰਗਾਂ ਘੱਟੋ ਘੱਟ ਉਹ ਪੂਰੀਆਂ ਕਰਾ ਲਈਏ, ਤਾਂ ਉਸ ਤੋਂ ਬਾਅਦ ਅਸੀਂ ਵੀ ਐਲਾਨ ਕਰਾਂਗੇ। ਸੋ ਜੇਕਰ ਉਹ ਸਾਡਾ ਸਹਿਯੋਗ ਲੈਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਆਉਣਾ ਚਾਹੀਦਾ। ਪਰ ਜੇਕਰ ਉਹ ਕਿਸੇ ਪਾਰਟੀ ਨਾਲ ਜਾਂਦੇ ਨੇ, ਅਗਰ ਉਹ ਕਿਸੇ ਪਾਰਟੀ ਦੇ ਨਾਲ ਸੱਟ-ਗੱਠ ਕਰਦੇ ਨੇ, ਗੱਠਜੋੜ ਕਰਦੇ ਨੇ, ਤੇ ਮੁਲਾਜ਼ਮਾਂ ਦੀ ਪਾਰਟੀ ਫਿਰ ਨੋਟਾ ਹੀ ਰਹੇਗੀ। ਕਿਉਂਕਿ 40-50 ਲੱਖ ਵੋਟ ਅਸੀਂ ਇਕੱਠੀ ਕਰਕੇ ਦਰਸਾਵਾਂਗੇ ਕਿ ਸਾਡਾ ਵੀ ਵਜੂਦ ਹੈਗਾ। ਜੇਕਰ ਉਹ ਸਾਡਾ ਛੋਟੇ ਵਪਾਰੀ ਦਾ, ਮੁਲਾਜ਼ਮ ਦਾ ਜਾਂ ਕਹਿ ਲਓ ਮਜ਼ਦੂਰ ਦਾ ਉਹ ਸਾਥ ਲੈਂਦੇ ਨੇ, ਸਮਾਜ ਦੇ ਹਰ ਵਰਗ ਦਾ, ਤੇ ਅਸੀਂ ਵੀ ਸਾਥ ਦੇਵਾਂਗੇ। ਕਿਉਂਕਿ ਅਸੀਂ ਵੀ ਉਹੀ ਸੁਪਨਾ ਦੇਖਦੇ, ਸਿਸਟਮ ਚੇਂਜ ਹੋਵੇ, ਪੰਜਾਬ ਬਦਲੇ। ਸੋ ਜੇਕਰ ਇਹ ਚੀਜ਼ ਹੁੰਦੀ ਹੈ ਤਾਂ ਬਹੁਤ ਵਧੀਆ, ਸਲਾਹਨਯੋਗ ਕਦਮ, ਅਸੀਂ ਉਹਨਾਂ ਦੇ ਨਾਲ ਖੜਾਂਗੇ। ਸੀਐਮ ਚੰਨੀ ਨੇ ਪਿਛਲੇ ਦਿਨੀ ਜਿਹੜਾ ਕਲੇਮ ਕਰ ਰਹੇ ਨੇ ਕਿ ਮੈਂ ਤੋਹਫਾ ਦੇ ਦਿੱਤਾ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦਾ, ਬੈਨਰ ਲੱਗ ਚੁੱਕੇ ਨੇ। ਜ਼ਮੀਨੀ ਹਕੀਕਤ ਕੀ ਮੰਨਦੇ ਹੋ? ਜਿਹੜਾ ਤੋਹਫਾ ਮਿਲਿਆ ਮੁਲਾਜ਼ਮ, ਇਸ ਤੋਹਫੇ ਨੂੰ ਕਿਵੇਂ ਦੇਖ ਰਹੇ? ਸਭ ਤੋਂ ਪਹਿਲੀ ਗੱਲ, ਜਿਹੜਾ ਤੋਹਫਾ ਹੁੰਦਾ ਨਾ ਸਰਕਾਰ ਦਾ, ਕੋਈ ਵੀ ਐਲਾਨ ਕਰਨਾ ਉਹਦੇ ਲਈ ਨੋਟੀਫਿਕੇਸ਼ਨ ਹੁੰਦੀ ਹੈ। ਸਰਕਾਰ ਕੋ ਤੁਸੀਂ ਪੁੱਛਿਓ ਐਲਾਨਜੀਤ ਸਰਕਾਰ ਕੋ ਵੀ ਨੋਟੀਫਿਕੇਸ਼ਨ ਦੇ ਦਿਓ। ਅਜੇ ਤਾਂ ਨੋਟੀਫਿਕੇਸ਼ਨ ਨੰਬਰ 1। ਖਹਿਰਾ ਸਾਹਿਬ ਉਹ ਕਹਿ ਰਹੇ ਨੇ ਕਿ ਗਵਰਨਰ ਦੇ ਕੋਲੇ ਪਿਆ ਹੈਗਾ ਤੇ ਜਿਹੜਾ ਐਕਟ ਬਣਨ ਦੇ ਵਿੱਚ ਤਾਂ ਹੀ ਦੇਰੀ ਹੋ ਰਹੀ ਹੈ ਕਿਉਂਕਿ ਗਵਰਨਰ ਨੂੰ ਕਹਿੰਦੇ ਅਸੀਂ ਤਾਂ ਮਿਲ ਕੇ ਵੀ ਆਏ, ਅਸੀਂ ਬੇਨਤੀ ਵੀ ਕਰ ਰਹੇ ਹਾਂ ਕਿ ਜਲਦ ਤੋਂ ਜਲਦ ਹੈ ਜਿਹੜੇ ਉਹ ਉਹਨਾਂ ਦੀ ਅਪਰੂਵਲ ਦੇ ਕੇ ਉਹ ਜਿਹੜੇ ਬਿੱਲ ਨੇ ਉਹ ਵਾਪਸ ਭੇਜੇ ਜਾਣ। ਦੇਖੋ ਜੀ, ਇਹ ਤਾਂ ਗੱਲਾਂ ਨਾ, ਹੁਣ ਇਹ ਮੁਲਾਜ਼ਮ ਦੀ ਥੋੜਾ ਸਿਰਦਰਦੀ ਆ। ਤੁਸੀਂ ਹੁਣ ਆ ਕੇ ਜਦੋਂ ਕੋਡ ਆਫ ਕੰਡਕਟ ਨੇੜੇ ਆ ਗਿਆ, ਤੁਸੀਂ ਬਿੱਲ ਭੇਜ ਰਹੇ, ਪਹਿਲਾਂ ਸੁੱਤੇ ਪਏ ਸੀਗੇ, ਪਹਿਲੇ ਕਿਉਂ ਨਹੀਂ ਬਿੱਲ ਭੇਜੇ? ਜੇ ਆਹ ਚੀਜ਼ ਹੋਣ ਦਾ ਖਦਸ਼ਾ ਸੀਗਾ ਤੇ ਤੁਸੀਂ ਪਹਿਲੇ ਬਿੱਲ ਭੇਜ ਦਿੰਦੇ, ਪਹਿਲੇ ਤੁਸੀਂ ਸੁੱਤੇ ਰਹੇ। ਨੰਬਰ 2, ਪਰ ਬਿੱਲ ਭੇਜਣ ਤੋਂ ਪਹਿਲਾਂ ਫਲੈਕਸ ਜ਼ਰੂਰ ਲਵਾਏ ਉਹਨਾਂ ਨੇ ਤੇ ਪੂਰੇ ਸ਼ਹਿਰ ਭਰ ਦਿੱਤੇ ਨੇ ਫਲੈਕਸ ਲਵਾ ਕੇ। ਉਹਦੇ ਬਾਰੇ ਕੀ ਕਹੋ? ਮੈਂ ਇਹੀ ਕਹਾਂਗਾ ਕਿ ਉਹ ਪ੍ਰਚਾਰ ਕਰ ਰਹੇ ਨੇ, ਰਾਈ ਨੂੰ ਬੜਾ ਵੱਡਾ ਪਹਾੜ ਬਣਾ ਕੇ ਦਿਖਾ ਰਹੇ ਨੇ। ਔਰ ਇਹੀ ਤਰੀਕਾ ਹੁੰਦਾ ਸਾਨੂੰ ਬੇਵਕੂਫ ਬਣਾਉਣ ਦਾ। ਸਵੇਰੇ ਉੱਠੋ, ਅਖਬਾਰ ਪੜ੍ਹੋ ਤੇ ਉੱਤੇ ਵੱਡਾ ਪੇਜ ਚੰਨੀ ਦੀ ਫੋਟੋ ਦਾ, ਕਾਂਗਰਸ ਦੇ ਹੋਰ 2-4 ਮੰਤਰੀ। ਘਰੋਂ ਬਾਹਰ ਨਿਕਲੋ, ਘਰ ਦੇ ਬਾਹਰ ਖੰਭੇ ਤੇ ਫਲੈਕਸ ਲੱਗੀ ਹੋਈ ਆ। ਉੱਥੋਂ ਨਿਕਲੋ, ਮੋੜ ਤੇ ਜਾਓ, ਇੱਕ ਵੱਡੀ ਹੋਰਡਿੰਗ ਆਉਂਦੀ ਆ। ਚੌਂਕ ਤੇ ਜਾਓ, ਇੱਕ ਬਹੁਤ ਹੀ ਵੱਡੀ ਵਿਰਾਟ ਰੂਪ ਦੇ ਵਿੱਚ ਹੋਰਡਿੰਗ ਲੱਗੀ ਹੋਈ ਆ। ਦਫ਼ਤਰਾਂ ਜਾਓ, ਸੋਸ਼ਲ ਮੀਡੀਆ ਤੇ, ਫੋਨਾਂ ਦੇ ਵਿੱਚ ਕਈ ਤਰ੍ਹਾਂ ਦੇ ਪ੍ਰਚਾਰ ਕੀਤੇ ਜਾ ਰਹੇ। ਸੋ ਇਹ ਕੀ ਕਰਦੇ ਆ? ਲੋਕਾਂ ਦੀਆਂ ਮਨੋਭਾਵਨਾ ਨੂੰ, ਮਨੋਵੇਗ ਨੂੰ ਆਪਣੇ ਵੱਲ ਕਰਦੇ ਨੇ। ਜਿਹੜਾ ਅਸੀਂ ਲੋਕਾਂ 'ਚ ਨੰਗਾ ਕਰਾਂਗੇ ਇਸ ਚੀਜ਼ ਨੂੰ ਵੀ ਇਹ ਗੱਲਾਂ 'ਚ ਨਾ ਹੋ, ਇਹ ਇਸ ਤਰੀਕੇ ਨਾਲ ਜਿਹੜੀ ਆ ਪ੍ਰਚਾਰ ਦੇ ਜਰੀਏ ਸਾਨੂੰ ਕਰਨਾ, ਉਹ ਅਸੀਂ ਨਹੀਂ ਕਰਨਾ। ਕੱਚੇ ਮੁਲਾਜ਼ਮਾਂ ਦੀ ਗੱਲ ਜਿਹੜੀ ਕੀਤੀ ਸੀ, ਉਹ ਹੋਰਡਿੰਗਾਂ ਲਾਈਆਂ ਹੋਈਆਂ। ਹੁਣ ਜਦੋਂ ਨੋਟੀਫਿਕੇਸ਼ਨ ਆਊਗੀ ਉਹ 'ਚ ਪਤਾ ਲੱਗੂਗਾ 36 ਬੰਦੇ ਪੱਕੇ ਹੁੰਦੇ ਕਿ 36,000, ਕਿਉਂਕਿ 36 ਬੰਦੇ ਇਹਨਾਂ ਨੇ ਪੱਕੇ ਕਰ ਲਿਆ। ਆਪਣੇ ਬੱਚਿਆਂ ਨੂੰ ਚੇਅਰਮੈਨੀਆਂ ਦੇ ਕੇ, ਲੱਖਾਂ ਦੀ ਤਨਖਾਹ ਦੇ ਕੇ। ਇਹਨਾਂ ਬੇਸ਼ਰਮਾਂ ਨੂੰ ਇਹ ਸ਼ਰਮ ਨਹੀਂ ਆਈ ਕਿ ਜਿਨ੍ਹਾਂ ਨੇ ਵੋਟਾਂ ਦਿੱਤੀਆਂ ਪੱਕੇ ਉਹਨਾਂ ਨੂੰ ਕਰਨਾ ਕਿ ਆਪਣੇ ਬੱਚਿਆਂ ਨੂੰ ਕਰਨਾ? ਅਸੀਂ ਵੋਟਾਂ ਉਹਨਾਂ ਦੇ ਬੱਚਿਆਂ ਨੂੰ ਪੱਕੇ ਕਰਨ ਲਈ ਦਿੱਤੀਆਂ ਸੀ ਕਿ ਆਪਣੇ ਬੱਚਿਆਂ ਨੂੰ ਨੌਕਰੀ ਦੇਣ ਲਈ ਕੀਤੀਆਂ ਸੀ? ਸੋ ਉਹ ਜਿਹੜਾ ਇਹਨਾਂ ਨੇ ਰੂਲ ਬਣਾਇਆ, ਜਿਹੜੇ ਬਾਰੇ ਕਹਿ ਰਿਹਾ ਕੰਟਰੈਕਚੁਅਲ ਜਿਹੜਾ ਬਣਾਇਆ ਅਮੈਂਡਮੈਂਟ ਰੂਲ, ਉਹ ਬਿਲਕੁਲ ਗਲਤ ਆ। ਉਹਦੇ ਵਿੱਚ ਬੰਦੇ ਜਿਆਦਾ ਪੱਕੇ ਨਹੀਂ ਹੋਣੇ। ਆ ਜਾਏਗੀ ਨੋਟੀਫਿਕੇਸ਼ਨ, ਉਹ 'ਚ ਵੀ ਪਤਾ ਲੱਗ ਜਾਏਗਾ। ਝੂਠਾਂ ਦੀ ਸਰਕਾਰ ਆ। ਸੋ ਸਾਡੇ ਜਿਹੜੇ ਮੰਗਾਂ ਉਹ ਛੇਤੀ ਮੰਨਣ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹਦਾ ਖਮਿਆਜਾ ਭੁਗਤਣ ਲਈ ਕਾਂਗਰਸ ਤਿਆਰ ਰਹੇ। ਜੀ ਤੁਸੀਂ ਦੱਸੋ ਬਾਈ ਜੀ, ਆਖਰੀ ਸਵਾਲ ਤੁਹਾਡੇ ਤੋਂ ਕਰਾਂਗੇ, ਕੀ ਨਾਮ ਹੈ ਜੀ? ਪਰਵਿੰਦਰ ਹੈ ਜੀ। ਤੁਸੀਂ ਦੱਸੋ, ਜਿਵੇਂ ਤੁਹਾਡੇ ਸਾਥੀ ਗੱਲ ਕਰ ਰਹੇ ਸੀਗੇ ਕਿ ਫਲੈਕਸ ਥਾਂ ਤੇ ਫਲੈਕਸਾਂ ਲੱਗੀਆਂ ਨੇ, ਹੋਰਡਿੰਗਸ ਲੱਗੀਆਂ ਨੇ, ਜਿਹੜਾ ਖਰਚਾ ਹੋਇਆ ਹੋਊਗਾ, ਅਗਰ ਉਹੀ ਜਿਹੜਾ ਪੈਸਾ ਸੀਗਾ ਜੇ ਤੁਹਾਡੇ ਉੱਪਰ ਲਾਇਆ ਹੁੰਦਾ ਤਾਂ ਸ਼ਾਇਦ ਤੁਹਾਡੇ ਆਹ ਦਿਨ ਨਾ ਹੁੰਦੇ ਕਿ ਸਰਕਾਰ ਦੇ ਖਿਲਾਫ ਜਿਸ ਤਰੀਕੇ ਨਾਲ ਸੰਘਰਸ਼ ਹੋ ਰਿਹਾ, ਨਾ ਸੰਘਰਸ਼ ਹੋ ਰਹੇ ਹੁੰਦੇ। ਇਹਦੇ ਬਾਰੇ ਕੀ ਕਹਿਣਾ ਚਾਹੋ? ਬਿਲਕੁਲ ਜੀ, ਜਿਵੇਂ ਸਾਡੇ ਪ੍ਰਧਾਨ ਜੀ ਖਹਿਰਾ ਸਾਹਿਬ ਨੇ ਦੱਸਿਆ ਕਿ ਇਹ ਸਾਡੀ ਮਨੋਵਿਗਿਆਨਿਕ ਜੋ ਹੈ ਉਸ ਚੀਜ਼ ਨੂੰ ਕਾਬੂ ਕਰਨ ਦੇ ਵਿੱਚ ਲੱਗੇ ਹੋਏ ਨੇ। ਜੇ ਇਹੀ ਪੈਸਾ ਇਹਨਾਂ ਨੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਵਿੱਚ ਲਗਾਇਆ ਹੁੰਦਾ ਤਾਂ ਅੱਜ ਅਸੀਂ ਇਸ ਸੰਘਰਸ਼ ਨੂੰ ਨਹੀਂ ਸੀ ਵਿੱਢਣਾ। ਇਸ ਚੀਜ਼ ਨੂੰ ਦੇਖਦੇ ਹੋਏ ਚੰਨੀ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਵੀ ਜਿਹੜਾ ਇਹ ਸੈਕਟਰੀਏਟ ਹੈ, ਇਹ ਇੱਕ ਤਰ੍ਹਾਂ ਇਹਨਾਂ ਦਾ ਆਪਣਾ ਘਰ ਹੈ।
ਇਹ ਉੱਥੇ ਬਾਹਰ ਜਾ ਕੇ ਭੰਗੜੇ ਪਾਉਂਦੇ ਨੇ। ਇੱਥੇ ਸਾਡੀਆਂ ਮੰਗਾਂ ਮੰਨ ਲੈਣ, ਇੱਥੇ ਸਾਡੇ ਨਾਲ ਆ ਕੇ ਭੰਗੜੇ ਪਾ ਲੈਣ। ਅਸੀਂ ਇਹਨਾਂ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹਾਂ, ਇਹਦੀ ਬਜਾਏ ਅਸੀਂ ਇਹਨਾਂ ਦੇ ਫੇਵਰ ਦੇ ਵਿੱਚ ਵੀ ਅਸੀਂ ਨਾਅਰੇਬਾਜ਼ੀ ਕਰ ਲਈਏ। ਇਹਨਾਂ ਤੋਂ ਸਾਨੂੰ ਨਹੀਂ ਉਹ ਕੀਤਾ ਜਾ ਰਿਹਾ, ਇਹ ਬਾਹਰ ਕੀ ਕਰਨਗੇ? ਹੋਰਡਿੰਗਸ ਲਗਾ ਕੇ ਸਾਰਾ ਕੁਝ ਕਰਕੇ ਇਹ ਸਿਰਫ ਬੇਵਕੂਫ ਬਣਾ ਰਹੇ ਨੇ, ਹੋਰ ਕੁਝ ਨਹੀਂ। ਹੋਰਡਿੰਗਸ ਉਹ ਹੋਣਗੀਆਂ ਜਿਹੜੇ ਵਰਗ ਨੂੰ ਇਹ ਫਾਇਦਾ ਦਿੰਦੇ ਨੇ, ਐਲਾਨ ਕਰਦੇ ਨੇ। ਜੇਕਰ ਉਹ ਵਰਗ ਮੰਗ ਪੂਰੀ ਹੋਣ ਤੋਂ ਬਾਅਦ ਆਪ ਫਲੈਕਸ ਬੋਰਡ ਆਪਣੇ ਪੈਸਿਆਂ ਦਾ ਬਣਵਾ ਕੇ ਲਵਾਵੇ ਕਿ ਹਾਂਜੀ ਇਹ ਸਰਕਾਰ ਨੇ ਸਾਡੀ ਆਹ ਮੰਗ ਮੰਨ ਲਈ, ਉਦੋਂ ਅਸੀਂ ਮੰਨਾਂਗੇ ਕਿ ਹਾਂ ਇਹਨਾਂ ਨੇ ਕੀਤੇ ਹੋਏ ਵਾਅਦੇ ਕੁਝ ਪੂਰੇ ਕੀਤੇ ਆ। ਅਦਰਵਾਈਜ਼ ਇਹ ਸਿਰਫ ਵੇਸਟੇਜ ਆਫ ਮਨੀ ਹੈ, ਜਿਹਦਾ ਕਿ ਸੋਚੀ ਬੈਠੇ ਨੇ ਕਿ ਇਹਨਾਂ ਨੂੰ ਕੁਝ ਵੋਟ ਬੈਂਕ ਦੇ ਵਿੱਚ ਫਾਇਦਾ ਮਿਲੂਗਾ। ਪਰ ਅਸੀਂ ਇਹਦੀ ਪੂਰੀ ਅਵੇਅਰਨੈਸ ਸਮਾਜ ਦੇ ਵਿੱਚ ਲੈ ਕੇ ਆਵਾਂਗੇ ਤੇ ਇਹਨਾਂ ਦੀ ਅਸੀਂ ਮਨਸ਼ਾ ਇਹ ਪੂਰੀ ਨਹੀਂ ਹੋਣ ਦੇਣੀ। ਇਹਨਾਂ ਨੂੰ ਅਸੀਂ ਕੋਈ ਫਾਇਦਾ ਇਸ ਦਾ ਨਹੀਂ ਮਿਲਣ ਦੇਣਾ। ਜੀ ਤੁਸੀਂ ਦੱਸੋ ਕੀ ਨਾਮ ਹੈ ਜੀ? ਮੈਂ ਤੁਹਾਡੇ ਤੋਂ ਇਹ ਪੁੱਛੂੰਗਾ, ਜਿਹੜਾ ਕਲਾਸ 4 ਤੋਂ ਕਲਾਸ 3 ਜਿਹੜੇ EMPLOYEES ਗਏ ਨੇ ਉਹਨਾਂ ਦਾ ਜਿਹੜਾ ਮੈਟਰ ਹੈ ਉਹ ਵੀ ਦੱਸੋ ਕੀ ਹੈ। ਸਭ ਤੋਂ ਪਹਿਲਾਂ ਤਾਂ ਮੈਂ babusahi.com ਦਾ ਇੱਥੇ ਸਾਡੇ ਕੋਲ ਪਹੁੰਚਿਆ, ਉਹਨਾਂ ਦਾ ਮੈਂ ਧੰਨਵਾਦ ਕਰਦਾ। ਮੇਰਾ ਨਾਮ ਕੁਲਵੰਤ ਸਿੰਘ ਆ, ਦਫ਼ਤਰ ਵਿੱਤੀ ਕਮਿਸ਼ਨ ਸਕੱਤਰੇਤ ਦਾ ਮੈਂ ਪ੍ਰਧਾਨ ਆ ਜੀ। ਜਿਹੜੀ ਕਲਾਸ 4 ਦੀ ਆ, ਸਾਡੀ 2-3 ਵਾਰ ਮੀਟਿੰਗ ਹੋਈ। ਸ੍ਰੀ ਮਾਨਯੋਗ ਹੁਸਨ ਲਾਲ ਜੀ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਵੀ ਮੀਟਿੰਗ ਹੋਈ। ਅਸੀਂ ਉਹਨਾਂ ਨੂੰ ਕਿਹਾ ਵੀ ਕਲਾਸ 4 ਦੀ ਜਿਹੜੀ ਸਾਡੀ ਭਰਤੀ ਹੈ ਉਹ ਬਹੁਤ ਥੋੜ੍ਹੀ ਹੈ, 107 ਬੰਦੇ ਰਹਿ ਗਏ ਸੈਕਟਰ ਦੇ ਵਿੱਚ, ਭਰਤੀ ਕੀਤੀ ਜਾਵੇ। ਉਹਨਾਂ ਨੇ ਕਿਹਾ ਵੀ ਕਲਾਸ 4 ਦੀ ਅਸੀਂ ਭਰਤੀ ਕਰ ਰਹੇ ਹਾਂ ਤੇ ਉਸ ਤੋਂ ਇਲਾਵਾ ਅਸੀਂ ਕਲਾਸ 4 ਦੇ ਜਿਹੜੇ ਭੱਤੇ ਦਿੱਤੇ ਜਾਂਦੇ ਸੀ ਉਹਨਾਂ ਦਾ ਵਾਸਿੰਗ ਅਲਾਊਂਸ ਉਹ ਕੱਟ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜੀਆਂ ਉਹਨਾਂ ਦੀਆਂ ਵਰਦੀਆਂ ਦਿੱਤੀਆਂ ਜਾਂਦੀਆਂ ਨੇ 1138 ਰੁਪਏ ਜਿਹੜੀਆਂ 3 ਵਰਦੀਆਂ ਦੇ ਪੇਮੈਂਟ ਦਿੱਤੀ ਜਾਂਦੀ ਆ, ਉਸ ਸੰਬੰਧੀ ਵੀ ਸਾਡੀ ਮਾਨਯੋਗ ਮੁੱਖ ਸਕੱਤਰ ਤੇ ਮਿਸਟਰ ਕੈਪਸੀਨਾ ਜੀ ਨਾਲ ਮੀਟਿੰਗ ਹੋਈ। ਉਹਨਾਂ ਨੇ ਮੀਟਿੰਗ ਵਿੱਚ ਕਿਹਾ ਵੀ ਸਾਨੂੰ ਵਰਦੀਆਂ ਪਾ ਕੇ ਆਉਣ ਕਰਮਚਾਰੀਆਂ ਨੇ ਵਰਦੀ ਪਾਉਣ ਲਈ ਵੀ ਕਿਹਾ, ਪਰ ਉਹਨਾਂ ਨੇ ਰੇਟ ਵਧਾਉਣ ਲਈ ਨਹੀਂ ਕਿਹਾ। 2012 ਦੇ ਵਿੱਚ ਰੇਟ ਸੀ ਜਿਹੜੇ ਕਲਾਸ 4 ਦੀਆਂ ਵਰਦੀਆਂ ਦੇ ਦੁੱਗਣੇ ਕੀਤੇ ਗਏ ਸੀ। ਉਸ ਤੋਂ ਬਾਅਦ ਜਿਹੜੇ ਰੇਟ ਆ ਉਹਨਾਂ ਦੇ ਨਹੀਂ ਵਧਾਏ ਗਏ। ਸੋ ਸਰਕਾਰ ਨੂੰ ਸਾਡੀਆਂ ਹੋਰ ਵੀ ਬਹੁਤ ਸਾਰੀਆਂ ਮੰਗਾਂ ਦੇ ਨਾਲ ਇਹ ਵੀ ਬੇਨਤੀ ਕਰਦੇ ਹਾਂ ਕਿ ਦਰਜਾ 4 ਕਰਮਚਾਰੀਆਂ ਦੀ ਜਿਹੜੀ ਵਰਦੀ ਦੀ ਸਹੂਲਤ ਆ, ਉਹਨਾਂ ਦੇ ਜਿਹੜੇ ਰੇਟ ਆ ਉਹ ਦੁੱਗਣੇ ਕੀਤੇ ਜਾਣ, ਕਿਉਂਕਿ 1138 ਰੁਪਏ ਦੇ ਵਿੱਚ 3 ਵਰਦੀਆਂ ਦੇਣੀਆਂ ਬਹੁਤ ਔਖੀਆਂ ਨੇ। ਇੱਕ ਪੈਂਟ ਨਹੀਂ ਆਉਂਦੀ 1100 ਰੁਪਏ ਦੀ, ਵਰਦੀਆਂ ਤਾਂ ਦੇਣੀਆਂ ਦੂਰ ਦੀ ਆ। ਇਸ ਤੋਂ ਇਲਾਵਾ ਜਿਹੜੀ ਸਾਡੀ ਆਊਟਸੋਰਸ ਦੀ ਕੱਚੇ ਮੁਲਾਜ਼ਮਾਂ ਦੀ ਭਰਤੀ ਆ, ਉਹ ਵੀ ਸਾਡੀ ਮੰਗ ਆ ਕਿ ਉਹ ਪੱਕੇ ਕੀਤੇ ਜਾਣ। ਇਸ ਤੋਂ ਇਲਾਵਾ ਜਿਹੜਾ ਸਰਕਾਰ ਨੇ ਸਾਡਾ ਮਰਿੰਡਾ ਵਿਖੇ ਸਾਡੇ ਮਾਨਯੋਗ ਖਹਿਰਾ ਸਾਹਿਬ ਨਾਲ ਮੀਟਿੰਗ ਕੀਤੀ ਸੀ, ਉਹਨਾਂ ਨੇ ਜਿਹੜੀ 2016 ਤੋਂ ਬਾਅਦ ਪ੍ਰਮੋਟੀਆਂ ਨੂੰ 15% ਵਾਧੇ ਦੀ ਮੰਗ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਅਸੀਂ ਦੇਵਾਂਗੇ। ਉਹਦੇ ਵਿੱਚ ਜਿਹੜੀ ਹੈ 21/7/21 ਨੂੰ ਸਰਕਾਰ ਨੇ ਚਿੱਠੀ ਕੱਢ ਕੇ ਜਿਹੜੀ ਹੈ ਸਾਡੇ ਵਿੱਚ ਉਹ ਵੀ ਸਾਡਾ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਤੇ ਬਲਕਿ 3/11/21 ਨੂੰ ਚਿੱਠੀ ਕੱਢ ਕੇ ਹੁਣ ਉਹਦੇ ਤੇ ਸਾਡੇ ਤੋਂ ਕਲੈਰੀਫਿਕੇਸ਼ਨ ਲੈ ਰਹੇ ਨੇ। ਸੋ ਬੇਨਤੀ ਹੈ ਸਰਕਾਰ ਨੂੰ ਜਿਹੜਾ 15% ਵਾਧਾ ਸਾਡਾ ਜਿਹੜਾ ਉਹ ਜ਼ਰੂਰ ਕੀਤਾ ਜਾਵੇ। ਇਸ ਤੋਂ ਇਲਾਵਾ ਸਾਡੇ ਜਿਹੜੇ ਕਰਮਚਾਰੀ ਨਵੇਂ ਭਰਤੀ ਹੋਏ ਨੇ, ਡਾਇਰੈਕਟਰ, ਸੀਨੀਅਰ ਅਸਿਸਟੈਂਟ ਜਾਂ ਸੁਪਰਡੈਂਟ ਅਸਿਸਟੈਂਟ, ਉਹਨਾਂ ਦਾ 3 ਸਾਲ ਦਾ ਪਰਖ ਕਾਲ ਸਮਾਂ ਰੱਖਿਆ ਗਿਆ। 3 ਸਾਲ ਤੋਂ ਬੇਨਤੀ ਕਰਦਾ ਜਾਂ ਕਿ 15/1/15 ਦੀ ਜਿਹੜੀ ਚਿੱਠੀ ਆ ਉਹ ਵਾਪਸ ਲੈ ਲਈ ਜਾਵੇ, ਨਹੀਂ ਤਾਂ 3 ਸਾਲ ਤੋਂ ਘਟਾ ਕੇ ਜਿਹੜਾ 2 ਸਾਲ ਆ ਉਹ ਘੱਟੋ ਘੱਟ 2 ਸਾਲ ਕੀਤਾ ਜਾਵੇ। ਤੇ ਇਹੀ ਸਰਕਾਰ ਨੂੰ ਮੰਗ ਆ ਤੇ ਸਾਡੀਆਂ ਮੰਗਾਂ ਮੰਨ ਲਈ ਜਾਣ ਤੇ ਤਾਂ ਹੀ ਅਸੀਂ ਸਾਡਾ ਧਰਨਾ ਜਿਹੜਾ ਖਤਮ ਹੋਊਗਾ। ਜੇ ਨਾ ਮੰਗਾਂ ਮੰਨੀਆਂ ਗਈਆਂ ਤਾਂ ਸਾਂਝਾ ਮੁਲਾਜ਼ਮ ਮੰਚ ਬਣੀ, ਜੋ ਵੀ ਅਗਲਾ ਇਲੈਕਸ਼ਨ ਜਿੱਤਿਆ ਜਾਏਗਾ ਉਹਦੇ ਨਾਲ ਅਸੀਂ ਪੂਰੇ ਤੌਰ ਤੇ ਸਹਿਯੋਗ ਦੇਵਾਂਗੇ। ਧੰਨਵਾਦ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਅਮਰਜੀਤ ਸਿੰਘ ਵਾਲੀਆ। ਮੈਂ ਪੰਜਾਬ ਸੈਕਟਰੀਏਟ ਪਹਿਲੇ ਸਟਾਫ ਐਸੋਸੀਏਸ਼ਨ ਦਾ ਪ੍ਰਧਾਨ ਰਿਹਾ, ਬਾਅਦ 'ਚ ਆਫਿਸਰਜ਼ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਰਿਹਾ। ਅੱਜ ਕੱਲ੍ਹ ਮੈਂ ਪੰਜਾਬ ਸੈਕਟਰੀਏਟ ਰਿਟਾਇਰਡ ਆਫਿਸਰਜ਼ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਹਾਂ। ਅਮਰਜੀਤ ਸਿੰਘ ਜੀ, ਇੱਕ ਜਿਹੜੀ ਪਤਾ ਚੱਲ ਰਿਹਾ ਕਿ ਜਿਹੜਾ ਹਾਈ ਕੋਰਟ ਵੱਲੋਂ ਕਿਹਾ ਗਿਆ ਸੀਗਾ ਨੋ ਵਰਕ ਨੋ ਪੇ, ਉਹ ਸਰਕਾਰ, ਪੰਜਾਬ ਸਰਕਾਰ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਜਾ ਰਹੀ ਹੈਗੀ ਹੈ। ਸੋ ਲੱਗਦਾ ਹੈ ਕਿ ਜਿਹੜਾ ਇਹ ਸੰਘਰਸ਼ ਤੁਸੀਂ ਕਰਦੇ ਹੋ, ਇੰਨੇ ਵੱਡੀ ਗਿਣਤੀ 'ਚ ਮੁਲਾਜ਼ਮ ਹੈ ਜਿਹੜੇ ਕੰਮ ਛੱਡ ਕੇ ਦਫ਼ਤਰ ਬੰਦ ਕਰਕੇ ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹਦੇ ਨੇ, ਸੋ ਅਗਰ ਇਹ ਚੀਜ਼ਾਂ ਇੰਪਲੀਮੈਂਟ ਹੋਣਗੀਆਂ ਤਾਂ ਫਿਰ ਉਹ ਤੁਹਾਡੇ ਤੇ ਐਕਸ਼ਨ ਲਿਆ ਜਾਏਗਾ। ਫਿਰ ਨੋ ਵਰਕ ਨੋ ਪੇ ਹੁੰਦਾ ਤਾਂ ਲੱਗਦਾ ਕਿ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੰਘਰਸ਼ ਖਤਮ ਹੋ ਜਾਣ। ਨਹੀਂ, ਨੋ ਵਰਕ ਨੋ ਪੇ ਵਾਸਤੇ ਗੱਲਾਂ ਬਾਤਾਂ ਸਰਕਾਰ ਕਹਿ ਰਹੀ ਹੈ, ਪਰ ਇਹ ਸਿਚੁਏਸ਼ਨ ਆਈ ਕਿਉਂ? ਇਹਦੇ ਵਾਸਤੇ ਜ਼ਿੰਮੇਵਾਰ ਕੌਣ ਹੈ? ਜੇ ਸਰਕਾਰ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ, ਉਹਨਾਂ ਨੂੰ ਟਾਈਮ ਸਿਰ ਨਿਪਟਾਵੇ, ਉਹਨਾਂ ਦਾ ਤਸੱਲੀ ਬਖਸ਼ ਹੱਲ ਲੱਭੇ, ਤਾਂ ਮੁਲਾਜ਼ਮ ਪੈਨਸ਼ਨਰ ਕਿਉਂ ਮਜਬੂਰ ਹੋਣ ਕਿ ਸੜਕਾਂ ਤੇ ਉਤਰਨ, ਧਰਨੇ ਦੇਣ, ਨਾਅਰੇ ਲਾਉਣ, ਹੜਤਾਲਾਂ ਕਰਨ? ਮਜਬੂਰ ਤਾਂ ਸਰਕਾਰ ਕਰ ਰਹੀ ਹੈ। ਇਹ 'ਚ ਗਲਤੀ ਸਰਕਾਰ ਦੀ ਹੈ। ਆਪਦੇ ਹੱਕ ਮੰਗਣਾ ਕੋਈ ਗੁਨਾਹ ਨਹੀਂ ਹੈ, ਉਹਨਾਂ ਵਾਸਤੇ ਸੰਘਰਸ਼ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਜੇ ਸਰਕਾਰ ਮੰਗਾਂ ਮੰਨਦੀ ਹੋਵੇ, ਹੱਕ ਉਹਨਾਂ ਦੇ ਦਿੰਦੀ ਹੋਵੇ, ਫਿਰ ਮੁਲਾਜ਼ਮ, ਪੈਨਸ਼ਨਰ ਜਾਂ ਸਮਾਜ ਦਾ ਹੋਰ ਵਰਗ ਐਜੀਟੇਸ਼ਨ ਤੇ ਆਵੇ ਤਾਂ ਉਹ ਕਸੂਰਵਾਰ ਹੁੰਦਾ ਹੈ। ਪਰ
ਜੇ ਸਰਕਾਰ ਮਜਬੂਰ ਕਰੇ ਫਿਰ ਉਹਦੇ ਵਾਸਤੇ ਉਹ ਕੋਈ ਕਸੂਰਵਾਰ ਨਹੀਂ। ਵਾਲੀ ਸਾਹਿਬ ਅੱਜ ਕੈਬਨਿਟ ਮੀਟਿੰਗ ਵੀ ਹੈ, ਮੁਲਾਜ਼ਮ ਕੀ ਆਸ ਰੱਖ ਰਹੇ ਨੇ ਇਸ ਕੈਬਨਿਟ ਮੀਟਿੰਗ? ਦੇਖੋ ਹਰੇਕ ਮੀਟਿੰਗ ਦੇ ਵਿੱਚ ਆਸ ਰੱਖੀ ਦੀ ਹੈ, ਨਿਕਲਦਾ ਤਾਂ ਕੁਝ ਹੈ ਨਹੀਂ। ਅੱਜ ਵੀ ਪਤਾ ਨਹੀਂ ਕੁਝ ਨਿਕਲਦਾ ਹੈ ਨਹੀਂ ਨਿਕਲਦਾ। ਜੇ ਨਿਕਲਦਾ ਉਹਦੇ ਵਿੱਚ ਵੀ ਲਾਰੇ ਲੱਪੇ ਹੀ ਹੈ ਕਿ ਜਿਹੜੇ ਫੈਸਲੇ ਹੋਏ ਆ ਹੁਣ ਤੱਕ ਪਹਿਲੀਆਂ ਮੀਟਿੰਗਾਂ ਦੇ, ਉਹਨਾਂ ਵਿੱਚ ਵੀ ਕੋਈ ਇੰਪਲੀਮੈਂਟੇਸ਼ਨ ਨਹੀਂ ਹੋਈ ਹੈ ਉਸਦੀ। ਠੀਕ ਹੈ, ਜਦੋਂ ਇੰਪਲੀਮੈਂਟੇਸ਼ਨ ਹੀ ਨਹੀਂ ਹੋਣੀ ਤੇ ਬਾਅਦ ਦੇ ਵਿੱਚ ਇਹਨਾਂ ਨੇ ਕਹਿਣਾ ਜੀ ਕੋਡ ਲੱਗ ਗਿਆ, ਫਿਰ ਉਸ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ। ਸ਼ੁਕਰੀਆ ਜੀ। ਸੋ ਗੱਲਬਾਤ ਕਰ ਰਹੇ ਸੀਗੇ ਮੁਲਾਜ਼ਮਾਂ ਦੇ ਨਾਲ ਜੋ ਪੰਜਾਬ ਸਿਵਲ ਸੈਕਟਰੀਏਟ ਵਿਖੇ ਵੱਡੀ ਗਿਣਤੀ ਦੇ ਵਿੱਚ ਬੈਠੇ ਹੋਏ ਨੇ, ਧਰਨਾ ਲਾਇਆ ਹੋਇਆ। ਫਿਰ ਦਿਖਾ ਦਿੰਦੇ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਵੀ ਇਸ ਧਰਨੇ ਸ਼ਾਮਿਲ ਹੋਈਆਂ ਨੇ ਤੇ ਇਸ ਤੋਂ ਇਲਾਵਾ ਵੀ ਜਿੰਨੇ ਵੀ ਜ਼ਿਲ੍ਹੇ ਨੇ ਉੱਥੇ ਜਿੰਨੇ ਸਰਕਾਰੀ ਦਫ਼ਤਰ ਨੇ ਉੱਥੇ ਕੰਮਕਾਰ ਮੁਲਾਜ਼ਮਾਂ ਨੇ ਬੰਦ ਕਰ ਦਿੱਤਾ। ਤੇ ਵੱਡੀ ਗੱਲ ਕਹੀ ਗਈ ਹੈ, ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਇਸੇ ਤਰੀਕੇ ਦੇ ਨਾਲ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਤੋਂ ਕਿਉਂਕਿ ਕਾਫੀ ਦੁਖੀ ਨਜ਼ਰ ਆ ਰਹੇ ਨੇ, ਚਾਹੇ ਇਸ ਤੋਂ ਪਹਿਲਾਂ ਹੋਰ ਸਰਕਾਰ ਸੀਗੀ ਹੁਣ ਹੋਰ ਹੈ, ਤੇ ਇੱਕ ਵੱਡੀ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਇਸੇ ਤਰੀਕੇ ਦੇ ਹਾਲਾਤ ਰਹੇ ਤਾਂ ਕਿਉਂਕਿ ਬਹੁਤ ਵੱਡਾ ਵੋਟ ਬੈਂਕ ਆ ਮੁਲਾਜ਼ਮਾਂ ਦਾ, ਤਾਂ ਸਾਰੇ ਦੇ ਸਾਰੇ ਨੋਟਾਂ ਨੂੰ ਵੋਟ ਪਾਉਣਗੇ, ਕਿਸੇ ਵੀ ਸਰਕਾਰ ਦੇ ਹੱਕ ਦੇ ਵਿੱਚ ਵੋਟ ਨਹੀਂ ਪਾਉਣਗੇ। ਫਿਲਹਾਲ ਦੇਖਣ ਵਾਲੀ ਗੱਲ ਹੋਊਗੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹਨਾਂ ਦਾ ਪੱਕਾ ਹੱਲ ਕਰਦੇ ਨੇ ਜਾਂ ਜਿਸ ਤਰੀਕੇ ਦੇ ਨਾਲ ਵੱਲੋਂ ਐਲੀਗੇਸ਼ਨਸ ਲੱਗਦੇ ਨੇ ਕਿ ਸਿਰਫ ਐਲਾਨ ਕਰ ਹੀ ਛੱਡਣਗੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪਾਲ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਜ਼।